ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦ ਸ਼ੋ। ਇੱਕ ਵਾਰ ਫਿਰ ਤੋਂ ਸ਼ੋ ਲੈ ਕੇ ਹਾਜ਼ਰ ਹਾਂ ਜੀ। ਸਟੂਡੈਂਟਸ ਦੀ ਗੱਲ ਅੱਜ ਇੱਕ ਵਾਰ ਫਿਰ ਤੋਂ ਕਰਾਂਗੇ। ਬਹੁਤ ਹੀ ਇੱਕ ਤਰੀਕੇ ਦੇ ਨਾਲ ਸਟੂਡੈਂਟ ਜਿਨ੍ਹਾਂ ਨੇ ਬਾਹਰ ਜਾਣਾ ਹੈਗਾ ਆ, ਡ੍ਰੀਮ ਸਭ ਦਾ ਹੈਗਾ, ਪਰ ਜਾਈਏ ਕਿਸ ਤਰੀਕੇ ਦੇ ਨਾਲ, ਕਿਸ ਤਰ੍ਹਾਂ ਅਸੀਂ ਫਾਈਲ ਲਾਉਣੀ ਆ, ਜਾਂ ਫਿਰ ਕੀ ਪ੍ਰੋਸੀਜਰ ਰਹਿੰਦਾ ਹੈਗਾ, ਉਹ ਸਾਰੇ ਸਵਾਲਾਂ ਦੇ ਜਵਾਬ ਸ਼ੋ ਦੇ ਵਿੱਚ ਤੁਹਾਨੂੰ ਮਿਲਦੇ ਨੇ। ਸੋ ਅੱਜ ਇੱਕ ਵਾਰ ਫਿਰ ਤੋਂ ਮੈਂ ਕੈਨੇਡਾ ਨੂੰ ਲੈ ਕੇ ਡਿਸਕਸ ਕਰਨ ਵਾਲੀ ਹਾਂ। ਕੈਨੇਡਾ ਨੂੰ ਲੈ ਕੇ ਜੋ ਵੀ ਡਾਊਟਸ ਹੈਗੇ ਨੇ ਅਸੀਂ ਕਲੀਅਰ ਕਰ ਰਹੇ ਹਾਂ। ਖਾਸ ਕਰਕੇ ਅੱਜ ਉਹਨਾਂ ਬੱਚਿਆਂ ਦੀ ਗੱਲ ਵੀ ਹੋਏਗੀ ਜਿਹੜੇ ਬੱਚੇ ਰਿਫਿਊਜ਼ ਹੋ ਗਏ ਸੀਗੇ। ਉਹ ਬੱਚੇ ਹੁਣ ਕਾਫੀ ਘਬਰਾਹਟ ਦੇ ਵਿੱਚ ਨੇ ਕਿ ਅਸੀਂ ਕੀ ਕਰੀਏ, ਕੀ ਸਾਨੂੰ ਰੀਅਪਲਾਈ ਕਰ ਲੈਣਾ ਚਾਹੀਦਾ ਹੈ, ਜਾਂ ਫਿਰ ਸਾਨੂੰ ਕੰਟਰੀ ਚੇਂਜ ਕਰ ਲੈਣੀ ਚਾਹੀਦੀ ਹੈ, ਜਾਂ ਫਿਰ ਰਿਫਿਊਜ਼ਲ ਦੇ ਰੀਜ਼ਨ ਕੀ ਹੁੰਦੇ ਨੇ। ਇਹ ਮੈਂ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੀ, ਇੱਕ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰਿਫਿਊਜ਼ਲ ਦੇ ਰੀਜ਼ਨ ਨੂੰ ਜੇਕਰ ਅਸੀਂ ਫੜ ਲਈਏ ਤਾਂ ਕਿ ਬੱਚੇ ਨੇ ਅਪਲਾਈ ਕਰਨਾ ਉਹਨੂੰ ਸਮਝ ਆ ਜਾਵੇ ਕਿ ਮੈਂ ਇਹ ਵਾਲੀਆਂ ਗਲਤੀਆਂ ਨਹੀਂ ਕਰਨੀਆਂ, ਮੇਰੀ ਰਿਫਿਊਜ਼ਲ ਨਹੀਂ ਆਏਗੀ, ਮੈਂ ਇੱਕ ਚੰਗਾ ਪ੍ਰੋਫਾਈਲ ਦੇ ਨਾਲ ਹੀ ਆਪਣੀ ਡ੍ਰੀਮ ਡੈਸਟੀਨੇਸ਼ਨ 'ਤੇ ਜਾਣਾ ਹੈ। ਸੋ ਕੈਨੇਡਾ ਨੂੰ ਲੈ ਕੇ ਮੈਂ ਖਾਸ ਕਰਕੇ ਗੱਲ ਕਰਨ ਵਾਲੀ ਹਾਂ ਜੀ। ਪਾਇਨੀਅਰ ਇਮੀਗ੍ਰੇਸ਼ਨ ਤੋਂ ਮਿਸਟਰ ਰਵੀ ਗਰਗ ਜੀ ਅੱਜ ਫਿਰ ਤੋਂ ਸਾਡੇ ਨਾਲ ਹੋਣਗੇ। ਹੈਲੋ ਸਰ। ਰਮਨ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸੋ ਜੀ, ਨੰਬਰ ਆ ਗਏ ਨੇ ਤੁਹਾਡੇ ਕੋਲ ਪਾਇਨੀਅਰ ਇਮੀਗ੍ਰੇਸ਼ਨ ਦੇ, ਨੋਟ ਕਰ ਲਓ ਛੇਤੀ ਤੋਂ ਛੇਤੀ। ਆਫਿਸ, ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ, ਬਾਕੀ ਬ੍ਰਾਂਚ ਆਫਿਸ ਵੀ ਹੈਗੇ ਨੇ, ਕੈਨੇਡਾ ਦੇ ਵਿੱਚ ਆਫਿਸ ਵੀ ਹੈਗਾ ਆ। ਤੁਸੀਂ ਇਹ ਸਾਰੇ ਐਡਰੈਸ ਜਿਹੜੇ ਨੇ ਉਹ ਨੋਟ ਕਰਨੇ ਨੇ। ਪਾਇਨੀਅਰ ਇਮੀਗ੍ਰੇਸ਼ਨ ਦਾ ਯੂਟਿਊਬ ਤੋਂ ਜਾ ਕੇ ਵੀ ਸਰਚ ਕਰਕੇ ਅਪਡੇਟ ਤੁਹਾਨੂੰ ਮਿਲਦੀਆਂ ਰਹਿਣਗੀਆਂ, ਉਹ ਵੀ ਜ਼ਰੂਰ ਚੈੱਕ ਕਰਨੀਆਂ ਹੈਗੀਆਂ ਨੇ। ਸਰ ਖੁਦ ਸਿਟੀਜ਼ਨ ਹੈਗੇ ਨੇ ਕੈਨੇਡਾ ਤੋਂ, ਪ੍ਰੋਪਰ ਇੱਕ ਗਰਾਊਂਡ ਲੈਵਲ 'ਤੇ ਜਾਣਕਾਰੀ ਹੋ ਜਾਂਦੀ ਹੈ। ਦੂਜੀ ਗੱਲ, CICC ਮੈਂਬਰ ਵੀ ਹੈਗੇ ਨੇ। ਸੋ ਮੈਂ ਸਟਾਰਟਿੰਗ ਦੇ ਵਿੱਚ ਹੀ CICC ਦੀ ਵੀਡੀਓ ਸ਼ੇਅਰ ਕਰ ਲੈਂਦੇ ਹਾਂ ਸਟੂਡੈਂਟਸ ਦੇ ਨਾਲ, ਤਾਂ ਕਿ ਉਹਨਾਂ ਨੂੰ ਨੌਲੇਜ ਹੋ ਸਕੇ ਕੌਣ ਆਥੋਰਾਈਜ਼ ਹੁੰਦਾ ਆ, ਕਿਹਦੇ ਕੋਲੋਂ ਅਸੀਂ ਅਪਲਾਈ ਕਰਨਾ। ਸੋ ਇਹ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ। ਉਸ ਤੋਂ ਬਾਅਦ ਸਵਾਲ ਤੁਹਾਡੇ ਹੋਣਗੇ ਤੇ ਜਵਾਬ ਸਰ ਦੇ ਹੋਣਗੇ। ਤਾਇਆ ਸਤਿ ਸ਼੍ਰੀ ਅਕਾਲ। ਹੋਰ ਚਾਚਾ ਕੀ ਹਾਲ ਚਾਲ ਹੈ? ਕੀ ਗੱਲ ਚਾਚਾ, ਤੁਸੀਂ ਸਾਰੇ ਉਦਾਸ ਬੈਠੇ ਹੋ? ਕੀ ਦੱਸਾਂ, ਤਜਿੰਦਰ ਦਾ ਏਜੰਟ ਪੈਸੇ ਲੈ ਕੇ ਭੱਜ ਗਿਆ। ਪਰ ਤਜਿੰਦਰ ਤਾਂ ਪੜ੍ਹਿਆ ਲਿਖਿਆ ਮੁੰਡਾ ਹੈ, ਉਹ ਤੋਂ ਇਹ ਗਲਤੀ ਕਿੱਦਾਂ ਹੋ ਗਈ? ਸਾਨੂੰ ਕੀ ਪਤਾ ਪੁੱਤ, ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਉਹ ਵੀ ਤਾਂ ਕੱਲ ਦਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਤੂੰ ਤਜਿੰਦਰ ਨਾਲ ਇੱਕ ਵਾਰੀ ਗੱਲ ਤਾਂ ਕਰਕੇ ਦੇਖ। ਕੋਈ ਨਾ ਚਾਚਾ, ਮੈਂ ਕਰਦਾ ਗੱਲ ਤਜਿੰਦਰ ਨਾਲ। ਠੀਕ ਹੈ ਪੁੱਤ। ਯਾਰ ਤੂੰ ਤੇ ਪੜ੍ਹਿਆ ਲਿਖਿਆ ਸੀ, ਤੂੰ ਕਿੱਦਾਂ ਫਸ ਗਿਆ? ਭਾਈ ਇੱਥੇ ਪੜ੍ਹੇ ਲਿਖੇ ਬੰਦੇ ਵੀ ਫਰਾਡ ਏਜੰਟਾਂ ਦੇ ਚੱਕਰਾਂ 'ਚ ਫਸ ਰਹੇ ਆ। ਮੈਨੂੰ ਕਹਿੰਦਾ ਸੀ ਤੇਰਾ ਵਰਕ ਪਰਮਿਟ ਆ ਗਿਆ, ਪੈਸੇ ਜਮ੍ਹਾਂ ਕਰਾ ਦਿਓ। ਸਭ ਝੂਠ, ਫੇਕ ਵੀਜ਼ਾ ਸੀ ਬਾਈ। ਬਾਪੂ ਨੇ ਪੈਲੀ ਵੇਚ ਕੇ ਪੈਸੇ ਦਿੱਤੇ ਸੀ, ਤੇ ਮਾਂ ਨੇ ਇੰਨੀਆਂ ਆਸਾਂ ਰੱਖੀਆਂ ਕਿ ਮੇਰਾ ਪੁੱਤ ਬਾਹਰ ਜਾਊਗਾ, ਪਰ ਏਦਾਂ ਕੁਝ ਹੋ ਨਾ ਸਕੇ ਬਈ। ਯਾਰ ਤੈਨੂੰ ਇੱਕ ਗੱਲ ਪੁੱਛਾਂ, ਤੈਨੂੰ CICC ਦੇ ਐਪ ਬਾਰੇ ਨਹੀਂ ਸੀ ਪਤਾ? ਇਹ ਕਿਹੜੀ ਐਪ ਆ ਬਾਈ? ਬਾਈ CICC ਦਾ ਮਤਲਬ ਦਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਲੱਭ ਸਕਦੇ ਹੋ। ਇਸ ਦਾ ਮਤਲਬ RCIC ਤੇ RCIC ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਲਾਇਸੈਂਸ ਦਿੱਤਾ ਗਿਆ, ਜਿਹੜਾ ਕਿ ਤੁਹਾਡੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ। ਤੁਸੀਂ ਇਸ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਐਪ ਸਟੋਰ ਤੇ ਗੂਗਲ ਪਲੇ ਸਟੋਰ ਤੇ, ਜਿਸ ਨਾਲ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਾਰੀਆਂ ਨਵੀਆਂ ਜਾਣਕਾਰੀਆਂ ਵੀ ਮਿਲ ਜਾਣਗੀਆਂ ਤੇ ਤੁਸੀਂ ਆਪ ਤੇ ਆਪਣਿਆਂ ਨੂੰ ਠੱਗਬਾਜ਼ੀ ਤੋਂ ਬਚਾ ਸਕਦੇ ਹੋ। ਲੈ ਬਈ, ਜੇ ਇਸ ਐਪ ਬਾਰੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਮੇਰੇ ਪੈਸਾ ਤੇ ਟਾਈਮ ਦੋਨੋਂ ਬਚ ਜਾਂਦੇ। ਹੁਣ ਤੇ ਮੈਂ ਇਹੀ ਕਹੂੰਗਾ CICC ਐਪ ਹੀ ਡਾਊਨਲੋਡ ਕੀਤੀ ਜਾਵੇ। ਸੋ ਆਈ ਹੋਪ ਜੀ ਧਿਆਨ ਦਿੱਤਾ ਹੋਏਗਾ ਤੁਸੀਂ ਵੀਡੀਓ ਵੱਲ, ਤੇ ਹੁਣ ਅੱਗੇ ਸੋਚਣਾ ਹੈ ਕਿ ਕਿਹੜੇ ਕੰਸਲਟੈਂਟ ਦੇ ਕੋਲੋਂ ਅਸੀਂ ਅਪਲਾਈ ਕਰਨਾ, ਕੌਣ ਸਾਡਾ ਫਿਊਚਰ ਜਿਹੜਾ ਸੇਫ ਹੱਥਾਂ ਦੇ ਵਿੱਚ ਅਸੀਂ ਦੇਣਾ। ਸੋ ਸਰ ਮੈਂ ਜਾਣਨਾ ਚਾਹਾਂਗੀ, ਰਿਫਿਊਜ਼ਲ ਬਹੁਤ ਸਾਰੇ ਬੱਚਿਆਂ ਦੀ ਆ ਜਾਂਦੀ ਹੈ, ਸਭ ਤੋਂ ਪਹਿਲਾਂ ਤਾਂ ਰੀਜ਼ਨ ਕੀ ਹੁੰਦੇ ਨੇ? ਦੇਖੋ, ਰਿਫਿਊਜ਼ਲ ਦੇ ਬਹੁਤ ਸਾਰੇ ਰੀਜ਼ਨ ਨੇ। ਜਿੱਥੇ ਵੀ ਜਦੋਂ ਇਹ ਲਾਅ ਦਾ ਕੰਮ ਹੈਗਾ, ਪੋਲਿਸੀਜ਼ ਦਾ ਕੰਮ ਹੈਗਾ, ਔਰ ਇਹ ਲਾਅ ਪੋਲਿਸੀਜ਼ ਸਾਰੇ ਆਧਾਰਿਤ ਨੇ IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ। ਇਸ ਨੂੰ ਤੁਸੀਂ ਗੂਗਲ ਦੇ ਉੱਪਰ ਸਰਚ ਕਰ ਵੀ ਸਕਦੇ ਹੋ। ਕੈਨੇਡਾ IRPA ਪੂਰੀ ਨਾਂ ਲਿਖ ਲਓ, ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, ਸਾਰਾ ਐਕਟ ਆ ਜਾਊਗਾ।
ਇੰਟਰਨੈਟ ਤੇ ਹੀ ਪਿਆ ਹੋਇਆ ਸਾਰਾ। ਹਾਲਾਂਕਿ Okay. ਕਿਤਾਬਾਂ ਵੀ ਬਣੀਆਂ ਹੋਈਆਂ ਮੋਟੀਆਂ ਲੇਕਿਨ ਬਹੁਤ ਲੰਬੀ ਜਿਹੜੀ ਹੈ ਇਹ ਕਾਫੀ ਪੇਜਾਂ ਦਾ ਜਿਹੜਾ ਹੈਗਾ ਇਹ ਐਕਟ ਜਿਹੜਾ ਹੈਗਾ ਆਪਾਂ ਇੰਟਰਨੈਟ ਤੇ ਵੀ ਦੇਖ ਸਕਦੇ ਹਾਂ। ਇਸੇ ਤਰ੍ਹਾਂ IRPR ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ, ਲੇਕਿਨ ਇਹ ਹੈ ਇੰਨਾ ਲੰਬਾ ਚੌੜਾ, ਇੰਨੇ ਸੈਕਸ਼ਨਸ ਲਾ ਦੇ ਹੈਗੇ ਨੇ ਕਿ ਆਮ ਬੰਦੇ ਨੂੰ ਸਮਝ ਵੀ ਨਹੀਂ ਆਉਣਗੇ ਔਰ ਫਿਰ ਉਹ ਕਨਫਿਊਜ਼ ਹੋਣ ਵਾਲਾ ਕੰਮ ਹੋ ਜਾਏਗਾ। ਸੋ ਇਹ IRPA IRPR ਪੜ੍ਹ ਕੇ ਅਸੀਂ ਇਮੀਗ੍ਰੇਸ਼ਨ ਲਾ ਪਾਸ ਕਰਕੇ ਔਰ ਉਸ ਤੋਂ ਬਾਅਦ ਅਸੀਂ ਬੜੇ ਸਾਰੇ ਐਗਜ਼ਾਮ ਦੇ ਕੇ CICC ਮੈਂਬਰ ਬਣਦੇ ਹੈਗੇ ਆ ਔਰ ਇਹ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ ਕਾਨੂੰਨ ਦੇ ਵਿੱਚ ਜਿੱਥੇ ਗੜਬੜ ਹੋਈ ਉੱਥੇ ਹੀ ਫਿਰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਏਗਾ। ਫਾਰ ਐਗਜ਼ਾਮਪਲ ਜਿੱਦਾਂ ਗ੍ਰੈਜੂਏਟਸ ਨੇ, ਇੱਕ ਉਹ ਤਾਂ ਬੜੀ ਸਿੰਪਲ ਜੀ ਜਿਸ ਨੂੰ ਕਹਿੰਦੇ ਕਾਮਨ ਸੈਂਸ ਦੀ ਗੱਲ ਹੈ, ਗ੍ਰੈਜੂਏਟਸ ਜਿਹੜੇ ਨੇ ਦੇ ਸ਼ੁੱਡ ਆਲਵੇਜ਼ ਅਪਲਾਈ ਫੋਰ ਏ ਪੋਸਟ ਗ੍ਰੈਜੂਏਟ ਪ੍ਰੋਗਰਾਮ। ਮੈਂ ਜਦੋਂ ਵੀ ਸਟੂਡੈਂਟਸ ਨੂੰ ਮਿਲਦਾ, ਸੈਮੀਨਾਰ ਹੁੰਦੇ ਨੇ, ਪਰਸਨਲ ਵਿਜ਼ਿਟਸ ਅਲੱਗ-ਅਲੱਗ ਆਫਿਸਿਸ ਵਿੱਚ ਹੁੰਦੀਆਂ ਨੇ, ਲੋਕੀ ਮਿਲਦੇ ਨੇ, ਆਪਣਾ ਕੇਸ ਮੇਰੇ ਨਾਲ ਡਿਸਕਸ ਕਰਦੇ ਨੇ। ਹੁਣ ਵੀ ਬਹੁਤ ਸਾਰੇ ਕੇਸਿਸ ਆਉਂਦੇ ਨੇ ਜਿਹੜੇ ਕਿ ਗ੍ਰੈਜੂਏਟ ਬੱਚੇ ਨੂੰ ਪੋਸਟ ਸੈਕੰਡਰੀ ਕਹਿ ਦਿੰਦੇ ਆ ਜਾਂ ਅੰਡਰ ਗ੍ਰੈਜੂਏਟ ਲੈਵਲ ਦਾ ਕੋਰਸ, ਮਤਲਬ ਇਹ ਕਿ ਉਹ ਕੋਰਸ ਜਿਹੜਾ 12ਵੀਂ ਵਾਲੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਔਰ ਅਨਫੋਰਚੂਨੇਟ ਚੀਜ਼ ਹੈ, ਕਾਲਜ ਨੂੰ ਤੁਸੀਂ ਗ੍ਰੈਜੂਏਟ ਹੋਣ ਤੋਂ ਬਾਅਦ ਪੋਸਟ ਸੈਕੰਡਰੀ ਪ੍ਰੋਗਰਾਮ ਵਾਸਤੇ ਅਪਲਾਈ ਕਰੋ, ਤੁਹਾਡੀ ਆਫਰ ਲੈਟਰ ਆ ਜਾਏਗੀ, ਕੋਈ ਦਿੱਕਤ ਨਹੀਂ ਹੈ ਕਿਉਂਕਿ ਐਲੀਜੀਬਲ ਤਾਂ ਹੈਗੇ ਹੀ ਹੋ, ਕਿਉਂਕਿ 12ਵੀਂ ਤਾਂ ਤੁਸੀਂ ਉਹਨਾਂ ਨੇ ਕੀਤੀ ਹੋਈ ਹੈ ਇਹਨਾਂ ਸਟੂਡੈਂਟਸ ਨੇ। ਸੋ ਆਫਰ ਲੈਟਰ ਆ ਜਾਏਗੀ, ਅੰਬੈਸੀ 'ਚ ਅਪਲਾਈ ਕਰਾਂਗੇ ਅਤੇ ਵੀਜ਼ਾ ਅਫਸਰ ਦਾ ਕੰਮ ਹੈ ਦੇਖਣਾ, ਕਿਉਂਕਿ ਉਹਨਾਂ ਨੂੰ ਜ਼ਿਆਦਾ ਅੱਛੀ ਤਰ੍ਹਾਂ ਟ੍ਰੇਨਿੰਗ ਹੁੰਦੀ, ਉਹਨਾਂ ਨੇ ਕੇਸ ਹੀ ਦੇਖਣਾ ਕਿ ਸਹੀ ਅਪਲਾਈ ਕੀਤਾ ਕਿ ਨਹੀਂ। ਸੋ ਇੱਕ ਕਾਮਨ ਸੈਂਸ ਹੈ ਕਿ ਗ੍ਰੈਜੂਏਟ ਹਮੇਸ਼ਾ ਪੋਸਟ ਗ੍ਰੈਜੂਏਟ ਕੋਰਸ ਹੀ ਕਰਨ ਜਾਏਗਾ, 12ਵੀਂ ਤੋਂ ਬਾਅਦ ਵਾਲਾ ਕੋਰਸ ਕਿਉਂ ਕਰਨ ਜਾਏਗਾ, ਕਿਉਂਕਿ 12ਵੀਂ ਤੋਂ ਬਾਅਦ ਤਾਂ 3-4 ਸਾਲ ਦੀ ਡਿਗਰੀ ਆਲਰੇਡੀ ਤੁਸੀਂ ਕਰ ਲਈ ਜੀ। ਸੋ ਅੰਡਰ ਗ੍ਰੈਜੂਏਟ ਕੋਰਸ 'ਚ ਅਪਲਾਈ ਕਰਾਂਗੇ, ਰਿਫਿਊਜ਼ ਹੋਏਗਾ ਕਿ ਤੁਹਾਡਾ ਲੈਵਲ ਆਫ ਪ੍ਰੋਗਰਾਮ ਇੰਟੈਂਡਡ ਪ੍ਰੋਗਰਾਮ ਜਿਹੜਾ ਤੁਸੀਂ ਪੜ੍ਹਨ ਜਾਣਾ ਹੈਗਾ ਉਹ ਹਾਇਰ ਨਹੀਂ ਹੈਗਾ, ਲੋਅਰ ਤੁਸੀਂ ਜਿਹੜੀ ਆਲਰੇਡੀ ਪੜ੍ਹਾਈ ਕੀਤੀ ਉਸ ਤੋਂ ਵੀ ਲੋਅਰ 'ਤੇ ਪਹੁੰਚ ਗਿਆ ਹੈਗਾ, ਕਰਨ ਜਾ ਰਹੇ ਹੈਗੇ, ਤਾਂ ਨਾਟ ਅ ਸੂਟੇਬਲ ਕੋਰਸ ਕਰਕੇ ਤੁਹਾਡੀ ਰਿਫਿਊਜ਼ਲ ਆਏਗੀ। ਇਸੇ ਤਰੀਕੇ ਨਾਲ ਮੰਨ ਲਓ ਕਿ ਜਿਹੜਾ +2 ਕਾਮਰਸ ਕੀਤਾ ਹੈ, ਬਿਜ਼ਨਸ ਅਤੇ ਅਕਾਊਂਟਿੰਗ ਦੇ ਵਿੱਚ ਮੰਨ ਲਓ ਪੜ੍ਹੀ ਹੁੰਦੀ ਹੈ, ਜਿਹੜੇ ਕਾਮਰਸ ਵਾਲੇ ਬੱਚੇ ਨੇ ਬਿਜ਼ਨਸ ਅਕਾਊਂਟਿੰਗ ਇਕਨੋਮਿਕਸ ਅਤੇ ਇੰਗਲਿਸ਼ ਪੜ੍ਹੀ ਹੁੰਦੀ ਹੈ। ਸੋ ਬਿਜ਼ਨਸ ਦੇ ਵਿੱਚ ਮਾਰਕਸ ਲੈਸ ਦੈਨ 50% ਨੇ ਥਿਊਰੀ 'ਚ, ਅਕਾਊਂਟਿੰਗ ਹੀ ਚੰਗੇ ਨੇ, ਅਤੇ ਆਪਾਂ ਬਿਜ਼ਨਸ ਦਾ ਕੋਰਸ ਲੈ ਲਿਆ। ਅਤੇ ਇੱਕ ਕਾਮਨ ਸੈਂਸ ਕਿ ਬਿਜ਼ਨਸ ਦੇ ਕੋਰਸ ਦੇ ਵਿੱਚ ਇੰਡੀਆ ਵਿੱਚ ਰਹਿ ਕੇ ਤੁਹਾਡੇ ਆਪਣੇ ਪ੍ਰੋਫੈਸਰ ਤੁਹਾਡੇ ਆਪਣੇ ਮਾਹੌਲ ਦੇ ਵਿੱਚ ਰਹਿ ਕੇ ਵੀ ਬਿਜ਼ਨਸ ਦੇ ਵਿੱਚ ਤੁਹਾਡੇ ਈਵਨ ਕਿ ਥਿਊਰੀ ਦੇ ਵਿੱਚ 50% ਮਾਰਕਸ ਵੀ ਨਹੀਂ ਆਏ, ਪਾਸ ਵੀ ਨਹੀਂ ਹੋਏ ਤੁਸੀਂ, ਅਤੇ ਕਿਵੇਂ ਉੱਥੇ ਜਾ ਕੇ ਉਹੀ ਸੇਮ ਸਬਜੈਕਟ ਬਿਜ਼ਨਸ ਵਾਲਾ ਸਬਜੈਕਟ ਉੱਥੇ ਨਵੇਂ ਕੰਟਰੀ 'ਚ ਨਵੇਂ ਪ੍ਰੋਫੈਸਰਾਂ 'ਚ ਇੰਗਲਿਸ਼ ਲੈਵਲ ਦੇ ਵਿੱਚ ਤੁਸੀਂ ਕਿੱਦਾਂ ਪਾਸ ਹੋਵੋਗੇ? ਕਿਉਂਕਿ ਨੈਚੁਰਲੀ ਥੋੜ੍ਹੀ ਬਹੁਤ ਦਿੱਕਤ, ਜਿੰਨੀ ਮਰਜ਼ੀ ਚੰਗੀ ਇੰਗਲਿਸ਼ ਆ ਉੱਥੇ ਐਕਸੈਂਟ ਦੀ ਪ੍ਰੋਬਲਮ ਤਾਂ ਇੱਕ ਵਾਰੀ ਸ਼ੁਰੂ ਦੇ ਵਿੱਚ ਆਏਗੀ ਉੱਥੇ ਜਿਹੜੀ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ। ਸੋ ਇਸੇ ਤਰ੍ਹਾਂ ਜੇ ਇਹੋ ਜਿਹੇ ਸਟੂਡੈਂਟ ਨੂੰ ਅਕਾਊਂਟਿੰਗ ਦਾ ਕੋਰਸ ਦੇਣਾ ਸੀਗਾ, ਔਰ ਜੇ ਅਕਾਊਂਟਿੰਗ ਵਿੱਚ ਨੰਬਰ ਘੱਟ ਨੇ, ਬਿਜ਼ਨਸ ਵਿੱਚ ਨੰਬਰ ਜ਼ਿਆਦਾ ਨੇ, ਤਾਂ ਬਿਜ਼ਨਸ ਦਾ ਕੋਰਸ ਦੇਣਾ ਸੀ, ਅਕਾਊਂਟਿੰਗ ਦਾ ਨਹੀਂ ਦੇਣਾ ਸੀ ਕਿਉਂਕਿ ਉਹਦੇ ਨੰਬਰ ਘੱਟ। ਸੋ ਇੱਕ ਸੈਕੰਡ ਜਿਹੜੀ ਚੀਜ਼ ਇਹ ਹੈਗੀ ਹੈ ਕਿ ਨੰਬਰ ਦੇਖ ਕੇ ਆਪਾਂ ਪ੍ਰੋਗਰਾਮ ਦੇਵਾਂਗੇ। ਤੀਸਰੀ ਗੱਲ ਕੀ ਹੈ, ਔਰ ਅੱਛਾ ਇਸੇ ਦੇ ਵਿੱਚ ਨੰਬਰ ਦੇਖਣ ਵਾਲੀ ਗੱਲ ਦੇ ਵਿੱਚ ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ +2 ਨਾਨ ਮੈਡੀਕਲ ਹੈਗਾ, ਮੈਥਮੈਟਿਕਸ ਦੀ ਰਿਕੁਆਇਰਮੈਂਟ ਹੁੰਦੀ ਹੈ ਆਮ ਸਾਰੇ ਇੰਜੀਨੀਅਰਿੰਗ ਪ੍ਰੋਗਰਾਮਸ ਦੇ ਵਿੱਚ। ਮੈਥਮੈਟਿਕਸ ਜਿਨ੍ਹਾਂ ਨੇ ਕੀਤਾ +2 ਨਾਨ ਮੈਡੀਕਲ ਉਹਨਾਂ ਨੂੰ ਇੰਜੀਨੀਅਰਿੰਗ ਦੇ ਪ੍ਰੋਗਰਾਮ ਦਿੰਦੇ ਜ਼ਿਆਦਾਤਰ ਅਸੀਂ, ਲੇਕਿਨ ਉਹਦੇ ਵਿੱਚ ਮੈਥਮੈਟਿਕਸ ਦੀ ਰਿਕੁਆਇਰਮੈਂਟ ਹੈ। ਜੇ ਕਾਲਜ ਦੀ ਵੈੱਬਸਾਈਟ 'ਤੇ ਉਸ ਪ੍ਰੋਗਰਾਮ ਇੰਜੀਨੀਅਰਿੰਗ ਦੇ ਪ੍ਰੋਗਰਾਮ ਜਿਹੜਾ ਤੁਸੀਂ ਆਪਾਂ ਪੜ੍ਹਨਾ ਚਾਹੁੰਦੇ ਹਾਂ, ਜਿਹੜਾ ਕੰਸਲਟੈਂਟ ਦੇਣਾ ਚਾਹੁੰਦਾ ਹੈਗਾ, ਉਸ ਪ੍ਰੋਗਰਾਮ ਦਾ ਨਾਂ, ਕਾਲਜ ਦਾ ਨਾਂ ਲਿਖ ਕੇ ਆਪਾਂ ਗੂਗਲ ਦੇ ਵਿੱਚ ਸਰਚ ਕਰਾਂਗੇ ਅਤੇ ਉਹ ਕਾਲਜ ਦੀ ਉਸ ਪੇਜ 'ਤੇ ਆ ਜਾਏਗਾ, ਵੈੱਬ ਪੇਜ 'ਤੇ, ਜਿੱਥੇ ਉਹ ਕੋਰਸ ਦੀ ਡਿਟੇਲ ਐਡਮਿਸ਼ਨ ਰਿਕੁਆਇਰਮੈਂਟ ਹੀ ਦੇਖਾਂਗੇ। ਉਹਦੇ 'ਚ ਲਿਖਿਆ ਹੁੰਦਾ ਇੰਗਲਿਸ਼ ਕੀਤੀ ਹੋਵੇ ਔਰ ਮੈਥ ਦੇ ਵਿੱਚ ਚੰਗੇ ਨੰਬਰ ਹੋਣ ਇੰਗਲਿਸ਼ ਵਿੱਚ। ਔਰ ਅਗਰ ਮੈਥ ਦੇ ਵਿੱਚ ਲੈਸ ਦੈਨ 50% ਇਨ ਥਿਊਰੀ ਹੈਗੇ ਨੇ, ਅਤੇ ਮੰਨ ਲਓ ਜਿਹੜੇ 70 ਦੇ ਵਿੱਚੋਂ ਹੈਗੇ ਨੇ 25 ਅਤੇ ਅੱਗੇ 30 ਦੇ ਵਿੱਚੋਂ 30 ਲੱਗ ਜਾਂਦੇ ਨੇ ਪ੍ਰੈਕਟੀਕਲ ਦੇ, ਇਹ ਆਮ ਹੀ ਹੁੰਦਾ ਜ਼ਿਆਦਾਤਰ ਬੱਚਿਆਂ ਦਾ। ਸੋ 70 ਵਿੱਚੋਂ 25, 30 ਵਿੱਚੋਂ 30 ਅਤੇ 55 ਹੋ ਗਏ, 100 ਵਿੱਚੋਂ ਤਾਂ 55 ਹੋ ਗਏ, ਲੇਕਿਨ ਪ੍ਰੈਕਟੀਕਲ ਦੇ 30 ਚੋਂ 30 100%, ਅਤੇ ਥਿਊਰੀ ਦੇ ਵਿੱਚੋਂ ਜਿਹੜੇ ਨੇ 70 ਦੇ ਵਿੱਚੋਂ 25 ਦਾ ਮਤਲਬ ਇਹ ਕਿ 40% ਤੋਂ ਵੀ ਲੈਸ ਜੀ, 35% ਦੇ ਕਰੀਬ। ਸੋ ਉਹ ਤਾਂ ਬਹੁਤ ਲੋ ਮਾਰਕਸ ਚਲੇ ਗਏ, 50% ਥਿਊਰੀ ਵਿੱਚ ਨਹੀਂ ਹੈਗੇ। ਸੋ ਇਹੋ ਜਿਹਾ ਬੱਚਾ ਮੈਥਮੈਟਿਕਸ ਜਿਹੜਾ ਕਿ 35% ਮਾਰਕਸ ਨੇ, ਉਹ ਇੰਜੀਨੀਅਰਿੰਗ ਦੇ ਟੈਕਨੀਸ਼ੀਅਨ ਨਾਂ ਤੋਂ ਜਿਹੜੇ ਪ੍ਰੋਗਰਾਮ ਹੁੰਦੇ ਨੇ, ਇਲੈਕਟ੍ਰੋਨਿਕਸ ਟੈਕਨੀਸ਼ੀਅਨ ਔਰ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ, ਇਹ ਸਾਰੇ ਟੈਕਨੀਸ਼ੀਅਨ ਟੈਕਨੋਲੋਜੀ ਜਿਹੜੇ 3 ਸਾਲ ਦੇ ਪ੍ਰੋਗਰਾਮ ਹੈ, ਲੇਕਿਨ ਇੰਜੀਨੀਅਰਿੰਗ ਦੇ ਪ੍ਰੋਗਰਾਮ ਇਹ ਫਿਰ ਨੈਚੁਰਲੀ ਕਿ ਨਹੀਂ ਕਰ ਪਾਏਗਾ ਬੱਚਾ, ਔਰ ਓਬਜੈਕਸ਼ਨ ਲੱਗੇਗਾ, ਰਿਫਿਊਜ਼ ਹੋਏਗਾ ਜੀ। ਬਿਲਕੁਲ। ਸੋ ਇਹੋ ਜਿਹੇ ਬੱਚਿਆਂ ਨੂੰ ਫਿਰ ਅਸੀਂ ਉਹ ਕੋਰਸ ਜਿਹੜੇ ਕਿ ਸਿਰਫ ਇੰਗਲਿਸ਼ ਦੀ ਰਿਕੁਆਇਰਮੈਂਟ ਹੁੰਦੀ ਹੈ, ਮੈਥ ਦੀ ਰਿਕੁਆਇਰਮੈਂਟ ਨਹੀਂ ਹੈ, ਉਹ ਦਿੰਦੇ ਆ। ਹਾਲਾਂਕਿ ਫਿਰ ਵੀ ਥੋੜ੍ਹਾ ਜਿਹਾ ਰਿਸਕ ਇਹ ਰਹਿੰਦਾ ਵੀ ਨੰਬਰ ਘੱਟ ਹੋਣ ਕਰਕੇ ਕਈ ਵਾਰ ਵੀਜ਼ਾ ਅਫਸਰ ਕਹਿ ਦਿੰਦੇ ਕਿ ਜਿਹਦੇ ਨੰਬਰ ਕਿਸੇ ਵੀ, ਹਾਲਾਂਕਿ ਜਿਹੜਾ ਹੁਣ ਅਸੀਂ ਕੋਰਸ ਦਿੰਦੇ ਹਾਂ ਉਹਦੇ 'ਚ ਇੰਗਲਿਸ਼ ਦੀ ਰਿਕੁਆਇਰਮੈਂਟ ਹੈ, ਮੈਥ ਦੀ ਰਿਕੁਆਇਰਮੈਂਟ ਨਹੀਂ ਹੈਗੀ, ਔਰ ਮੈਥ 'ਚ ਨੰਬਰ ਚਲੋ ਘੱਟ ਹੈਗੇ ਨੇ, ਲੇਕਿਨ ਕਿਉਂਕਿ ਨੰਬਰ ਘੱਟ ਨੇ
ਤੇ ਇਹਦਾ ਮਤਲਬ ਬੱਚਾ ਸਟੱਡੀ ਦੇ ਵਿੱਚ ਚੰਗਾ ਨਹੀਂ ਹੈਗਾ, ਇੰਟੈਲੀਜੈਂਟ ਨਹੀਂ ਹੈ, ਜ਼ਿਆਦਾ ਵਧੀਆ ਨਹੀਂ ਪੜ੍ਹਨ ਦੇ ਵਿੱਚ ਹੈਗਾ, ਇਸ ਕਰਕੇ ਉੱਥੇ ਜਾ ਕੇ ਵੀ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਪਾਏਗਾ, ਪਾਸ ਨਹੀਂ ਹੋ ਪਾਏਗਾ, ਆਬਜੈਕਸ਼ਨ ਲੱਗ ਕੇ ਰਿਫਿਊਜ਼ਲ ਲੱਗੇਗਾ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਟੈਕਨੀਕਲ ਰੀਜ਼ਨ ਨੇ। ਔਰ ਡੈਫੀਨੇਟਲੀ ਫਾਈਲਿੰਗ ਦੇ ਵਿੱਚ ਫਾਈਲ ਲਾਉਣੀ ਹੈਗੀ ਹੈ, ਅਤੇ ਕਿਹੜਾ ਡਾਕੂਮੈਂਟ ਲਾਉਣਾ ਕਿਹੜਾ ਨਹੀਂ ਲਾਉਣਾ। ਮੇਰੇ ਕੋਲ ਬੜੇ ਸਾਰੇ ਆਉਂਦੇ ਨੇ। ਮੇਰੇ ਕੋਲ ਰੀਸੈਂਟਲੀ ਗੁੜਗਾਉਂ ਤੋਂ ਇੱਕ ਪਰਸਨ ਆਇਆ ਆਪਣੇ ਬੱਚੇ ਵਾਸਤੇ ਫਾਈਲ ਲਵਾਉਣ, ਔਰ ਉਹਨੇ ਦਿੱਲੀ ਤੋਂ ਕਿਸੇ ਕੰਸਲਟੈਂਟ ਤੋਂ ਲਵਾਇਆ, ਰਿਫਿਊਜ਼ ਹੋ ਗਿਆ, ਅਤੇ ਫਿਰ ਉਹ ਮੇਰੇ ਕੋਲ ਆਏ ਇੰਨੀ ਦੂਰੋਂ ਔਰ ਰਿਫਿਊਜ਼ਲ ਤੋਂ। ਮੈਂ ਕਿਹਾ ਪਹਿਲਾਂ ਕਿਉਂ ਨਹੀਂ ਆਏ ਔਰ ਹੁਣ ਕਿਵੇਂ ਆਏ ਹੋ? ਕਹਿੰਦਾ ਜੀ ਪਹਿਲਾਂ ਅਸੀਂ ਕੇਸ ਲਾਤਾ, ਜਦੋਂ ਰਿਫਿਊਜ਼ ਹੋਇਆ ਫਿਰ ਸਾਨੂੰ ਸਮਝ ਆਇਆ, ਐਕਸਪਲੋਰ ਕੀਤਾ ਵੀ ਕੌਣ ਸਹੀ ਹੈ ਕੌਣ ਨਹੀਂ ਸਹੀ, CICC ਮੈਂਬਰ ਕੀ ਹੁੰਦੇ ਆ, ਸਾਰੀ ਡਿਟੇਲ ਜਿਹੜੀ ਅਸੀਂ ਆਮ ਤੌਰ 'ਤੇ ਦੱਸਦੇ ਹਾਂ, TV ਸ਼ੋਅ ਦੇਖੇ, ਅਤੇ ਉਹ ਸਾਰਾ ਕੁਛ ਦੇਖ ਕੇ ਫਿਰ ਉਹਨਾਂ ਨੂੰ ਐਕਸਪਲੋਰ ਕਰਕੇ ਮੇਰੇ ਕੋਲ ਇੰਨੀ ਦੂਰੋਂ ਆਏ ਕਿ ਵੀਜ਼ਾ ਤੋਂ ਜ਼ਿਆਦਾ ਕੀਮਤੀ ਕੁਛ ਨਹੀਂ ਹੈ। ਭਾਵੇਂ ਟਰੈਵਲ ਕਰਨਾ ਪਵੇ, ਭਾਵੇਂ ਸਾਰਾ ਜਿਹੜਾ ਹੈ ਦੇਖ ਕੇ ਭਾਵੇਂ ਔਖਾ ਹੋਣਾ ਪਵੇ, ਇਹ ਸਾਰਾ ਜਿਹੜਾ ਉਹ ਮੇਰੇ ਕੋਲ ਆ ਕੇ ਕੇਸ ਲਵਾਇਆ। ਸੋ ਇਹ ਜਿਹੜਾ ਇਹ ਰੂਲਸ ਰੈਗੂਲੇਸ਼ਨ ਦੇ ਮੁਤਾਬਿਕ, ਪਾਲਿਸੀ ਦੇ ਮੁਤਾਬਿਕ ਫਾਈਲ ਜਿਹੜੀ ਲਾਣੀ ਹੈਗੀ ਆ, ਉਸ ਦੇ ਵਿੱਚ ਉਹ ਜਿਹੜੇ ਦਿੱਲੀ ਵਾਲੇ ਕੰਸਲਟੈਂਟ ਨੇ ਪ੍ਰੋਪਰਟੀ ਦੇ ਡਾਕੂਮੈਂਟ ਲਾਤੇ, ਇਨਕਮ ਦੇ ਸਾਰੇ ਡਾਕੂਮੈਂਟ ਲਾਤੇ, ਬੈਂਕ ਦੇ ਸਾਰੇ ਡਾਕੂਮੈਂਟ ਲਾਤੇ, CA ਦੀ ਰਿਪੋਰਟ ਲਾਤੀ, ਇੰਨਾ ਵੱਡਾ ਪਲੰਦਾ ਬਣਾਤਾ ਜਿਹੜਾ ਕਿ ਅੱਜ ਕੱਲ੍ਹ ਲੋੜ ਹੀ ਨਹੀਂ ਹੈਗਾ। SDS ਕੈਟੇਗਰੀ ਚੈੱਕਲਿਸਟ ਵੈਬਸਾਈਟ 'ਤੇ ਜਿਹੜੀ ਇਮੀਗ੍ਰੇਸ਼ਨ ਜਿਹੜੀ ਕੈਨੇਡਾ ਇਮੀਗ੍ਰੇਸ਼ਨ ਦੀ ਜਿਹੜੀ ਹੈ ਉਹ CIC ਜਿਹੜੀ ਹੈ ਉਸ ਦੀ ਵੈਬਸਾਈਟ 'ਤੇ ਸਾਰੀ ਚੈੱਕਲਿਸਟ ਦਿੱਤੀ ਹੋਈ ਹੈ। ਕੁਛ ਵੀ ਨਹੀਂ ਚਾਹੀਦਾ ਅੱਜ ਕੱਲ੍ਹ ਤਾਂ। ਐਜੂਕੇਸ਼ਨ ਡਾਕੂਮੈਂਟ ਚਾਹੀਦੇ, 1 ਸਾਲ ਦੀ ਫੀਸ $10,000 GIC ਦੇ ਭਰਨੇ ਹੈਗੇ ਹੈ, ਔਰ ਆਈਲੈਟਸ ਚਾਹੀਦੀ ਹੈਗੀ ਹੈ। ਇਹ 4-5 ਡਾਕੂਮੈਂਟ ਲਾਣੇ, ਬਹੁਤੇ ਕੋਈ ਡਾਕੂਮੈਂਟ ਲਾਣੇ ਨਹੀਂ। ਆਫ ਕੋਰਸ ਐਕਸਪਰਟੀਜ਼ ਇੱਕ ਮਿੰਟ ਦੇ ਵਿੱਚ ਬੜੀ ਥਾਂ 'ਤੇ ਲੋੜ ਪੈਂਦੀ। ਸਾਨੂੰ ਇੰਟਰਨੈਟ ਤੋਂ ਦੇਖ ਕੇ ਆਪਾਂ ਕੋਈ ਵੀ ਕੰਮ ਕਰ ਤਾਂ ਸਕਦੇ ਹਾਂ, ਲੇਕਿਨ ਉਹਦੀ ਐਕਸਪਰਟੀਜ਼ ਬਹੁਤ ਸਾਰੀ ਮੈਟਰ ਕਰਦੀ ਹੈ। ਜਿਸ ਤਰ੍ਹਾਂ ਮੈਥ ਦੀ ਗੱਲ ਕੀਤੀ, ਬਿਜ਼ਨਸ ਇਕਨੋਮਿਕਸ ਜਿਹੜੀ ਅਕਾਊਂਟਿੰਗ ਵਾਲੀ ਸਬਜੈਕਟ ਦੀ ਗੱਲ ਕੀਤੀ, ਹਰ ਥਾਂ 'ਤੇ ਜਿੱਥੇ ਥੋੜ੍ਹੀ ਜਿਹੀ ਗਲਤੀ ਹੋਈ ਉੱਥੇ ਹੀ ਰਿਫਿਊਜ਼ਲ ਹੋਏਗੀ। ਹਰ ਥਾਂ 'ਤੇ ਸਮਝਦਾਰੀ ਸਿਆਣਪ ਨਾਲ ਕਰਨਾ ਪਏਗਾ। ਔਰ ਖ਼ਾਸ ਤੌਰ 'ਤੇ ਕਰੋਨਾ ਦੇ ਟਾਈਮ ਦੇ ਉੱਪਰ ਥਾਂ 'ਤੇ ਕੰਪਲੀਕੇਸ਼ਨਸ ਕਿ ਅਗਰ ਅੱਗੇ 20 ਦਿਨ ਹੁੰਦਾ ਸੀਗਾ ਪ੍ਰੋਸੈਸਿੰਗ ਟਾਈਮ, ਇਸ ਵਕਤ 3 ਤੋਂ 4 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਅੰਬੈਸੀ ਦਾ ਹੈਗਾ। ਔਰ ਅਗਰ ਉਹ ਕਲਾਸ ਸਟਾਰਟ ਡੇਟ ਤੋਂ ਪਹਿਲਾਂ ਵੀਜ਼ਾ ਨਹੀਂ ਆਇਆ, ਅਤੇ ਫਿਰ ਉਹ ਕਾਲਜ ਦੀ ਪਾਲਿਸੀ ਕੀ ਹੈਗੀ ਹੈ, ਵੈਦਰ ਕਿ ਆਪਾਂ ਨੂੰ ਔਨਲਾਈਨ ਕਲਾਸਿਸ ਸ਼ੁਰੂ ਕਰਨੀਆਂ ਚਾਹੀਦੀਆਂ ਕਿ ਨਹੀਂ, ਕਾਲਜ ਸੇਫ ਹੈ ਕਿ ਨਹੀਂ। ਦਾ ਮਤਲਬ ਇੱਕ ਵਾਰੀ ਔਨਲਾਈਨ ਕਲਾਸਾਂ ਸ਼ੁਰੂ ਕਰ ਲਈਆਂ, ਬਾਅਦ ਦੇ ਵਿੱਚ ਉਹ ਫੀਸ ਪੂਰੀ ਵਾਪਸ ਕਰੇਗਾ ਕਿ ਨਹੀਂ। ਰਿਫਿਊਜ਼ਲ ਹੋਈ ਤਾਂ 10 'ਚੋਂ 1-2 ਦੀ ਰਿਫਿਊਜ਼ਲ ਹੋਏਗੀ, ਜਿਹਨਾਂ ਦੀ ਰਿਫਿਊਜ਼ਲ ਹੋਏਗੀ ਉਹਨਾਂ ਦੀ ਫੀਸ ਮੁੜੇਗੀ ਕਿ ਨਹੀਂ, ਔਰ ਉਹਨਾਂ ਦੀ ਡੈਫਰਮੈਂਟ ਪਾਲਿਸੀ ਕੀ ਹੈਗੀ ਹੈ, ਡੈਫਰਮੈਂਟ ਦੇਗਾ ਕਿ ਨਹੀਂ, ਡੈਫਰਮੈਂਟ ਦੀ ਡੈਡਲਾਈਨ ਕੀ ਹੈਗੀ ਹੈ। ਇਹ ਸਾਰੀਆਂ ਇੰਨੀ ਕੰਪਲੀਕੇਸ਼ਨਸ ਹੈਗੀਆਂ ਨੇ ਕਿ ਇੱਕ ਐਕਸਪਰਟਸ ਜਿਹੜੇ ਨੇ ਇਹ ਸਭ ਦੀਆਂ ਚੀਜ਼ਾਂ 'ਤੇ ਨਿਗਾਹ ਰੱਖਣਾ ਐਕਸਪਰਟ ਦਾ ਕੰਮ ਹੈਗਾ, ਐਕਸਪਰਟੀਜ਼ ਹੈਗੀ ਹੈ। ਔਰ ਇਹ ਕਈ ਲੋਕ ਜਿਹੜਾ ਹੈ ਕਈ ਵਾਰੀ ਇਹ ਇੰਟਰਨੈਟ 'ਤੇ ਦੇਖ ਕੇ ਇੱਦਾਂ ਮੋਟਾ ਜਾ ਕੇ ਕੋਈ ਚਲੋ ਕੁਛ ਪੈਸੇ ਬਚ ਜਾਣ ਜਾਂ ਕੁਛ, ਅਤੇ ਪੈਸੇ ਬਚਣ ਦੀ ਤਾਂ ਖਾਸ ਤੌਰ 'ਤੇ ਇੱਕ ਗੱਲ ਹੈਗੀ ਹੈ ਕਿ ਜਿਹੜੀ ਸਟੱਡੀ ਵੀਜ਼ਾ ਦੇ ਵਿੱਚ ਸਾਡੀ ਫੀਸ ਸਿਰਫ $2,000 ਡਾਲਰ ਨਹੀਂ ਰੁਪਏ ਹੈਗੀ ਹੈ, ਜਿਹੜੀ ਕਿ ਕਾਗਜ਼ਾਂ ਦਾ ਪ੍ਰਿੰਟਿੰਗ ਦਾ ਖਰਚਾ ਹੈ। ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਹਾਂ ਕਾਲਜਿਸ ਯੂਨੀਵਰਸਿਟੀਜ਼ ਦੇ, ਸਾਡੇ ਆਫਿਸ ਦੇ ਖਰਚੇ ਉਹਨਾਂ ਨੇ ਦੇਣੇ ਹੈਗੇ, ਸਟੂਡੈਂਟਸ ਨੇ ਸਾਰਾ ਕੋਈ ਖਰਚਾ ਦੇਣਾ ਹੀ ਨਹੀਂ ਹੈਗਾ। ਵਧੀਆ ਗੱਲ ਹੈਗੀ ਹੈ, ਅਤੇ ਇਸ ਕਰਕੇ ਉਹ ਸਾਰੀਆਂ ਸਰਵਿਸਿਜ਼ ਦਾ ਬੈਨੀਫਿਟ ਲਓ, ਐਡਮਿਸ਼ਨ ਕਰਵਾਈਏ, ਅੱਗੇ ਸਾਰਾ ਕੁਛ ਕਰੀਏ ਧਿਆਨ ਨਾਲ। ਇਸ ਤਰ੍ਹਾਂ ਦੂਰੋਂ ਆਉਂਦੇ ਨੇ ਲੋਕ, ਲੇਕਿਨ ਐਕਸਪਰਟੀਜ਼ ਮੈਟਰਸ। ਔਰ ਜੇ ਧਿਆਨ ਨਾਲ ਕੇਸ ਲਾਇਆ ਹੋਵੇ, ਜਿਹੜਾ ਤੁਹਾਡਾ ਰਮਨ ਜੀ ਤੁਹਾਡਾ ਕੁਐਸਚਨ ਸੀਗਾ ਕਿ ਬਈ ਰਿਫਿਊਜ਼ਲ ਦਾ ਕੀ ਰੀਜ਼ਨ ਹੈਗਾ, ਇਹ ਇਹੋ ਜਿਹੇ ਹੀ ਥੋੜ੍ਹੇ ਜਿਹੇ ਕਾਰਨ ਮੈਂ ਦੱਸਿਆ ਰਿਫਿਊਜ਼ਲ ਦੇ। ਲੇਕਿਨ ਚੰਗੀ ਗੱਲ ਜਿਹੜੀ ਅੱਛੀ ਖਬਰ ਇਹ ਹੈਗੀ ਹੈ ਕਿ ਰਿਫਿਊਜ਼ਲ ਵਾਲੇ ਕਲਾਇੰਟਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜੇ ਧਿਆਨ ਨਾਲ ਜਿਹੜੀ ਗਲਤੀਆਂ ਕੀਤੀਆਂ ਉਹਨੂੰ ਠੀਕ ਕੀਤਾ, ਰੈਕਟੀਫਾਈ ਕੀਤਾ, ਦੁਬਾਰਾ ਅੰਬੈਸੀ ਦੇ ਵਿੱਚ ਕੇਸ ਲਾਇਆ, ਅਤੇ 5-5 4-4 ਵਾਰ ਰਿਫਿਊਜ਼ਡ ਕੇਸਿਸ ਦੇ ਅਸੀਂ ਵੀਜ਼ੇ ਲੈਂਦੇ ਹਾਂ ਜੀ। ਬਿਲਕੁਲ ਜੀ, ਬਿਲਕੁਲ। ਸੋ ਇਹੀ ਗੱਲ ਨਾ ਬਹੁਤ ਡਿਟੇਲ ਦੇ ਵਿੱਚ ਸਰ ਨੇ ਦੱਸਿਆ। ਹੋਰ ਵੀ ਕਈ ਕਾਰਨ ਹੁੰਦੇ ਨੇ। ਇੱਕ ਸਹੀ ਤਰੀਕੇ ਦੀ ਇਨਫੋਰਮੇਸ਼ਨ ਦੀ ਕਮੀ ਬੱਚਿਆਂ ਨੂੰ ਰਹਿ ਜਾਂਦੀ ਹੈ। ਕਈ ਵਾਰ ਬੱਚੇ ਦਾ ਪ੍ਰੋਫਾਈਲ ਬਹੁਤ ਵਧੀਆ ਹੈਗਾ, ਕੋਰਸ ਰੈਲੇਵੈਂਟ ਨਹੀਂ ਹੁੰਦਾ ਜਿਵੇਂ ਤੁਸੀਂ ਦੱਸਿਆ ਹੈ ਨਾ, ਤਾਂ ਕਰਕੇ ਰਿਫਿਊਜ਼ਲ ਆ ਜਾਂਦੀ ਹੈ। ਸੋ ਬੱਚਿਆਂ ਨੂੰ ਨਹੀਂ ਵੀ ਨੌਲੇਜ ਹੁੰਦੀ, ਪਰ ਆਪਣਾ ਕੰਸਲਟੈਂਟ ਸਹੀ ਚੂਜ਼ ਕਰੋ ਕਿ ਜੋ ਤੁਹਾਨੂੰ ਪ੍ਰੋਪਰ ਕਾਉਂਸਲਿੰਗ ਦੇ ਸਕੇ ਕਿ ਹਾਂਜੀ ਤੁਹਾਡੇ ਕੋਰਸ ਦੇ ਹਿਸਾਬ ਨਾਲ, ਤੁਹਾਡੇ ਸਬਜੈਕਟਸ ਦੇ ਹਿਸਾਬ ਨਾਲ ਕਿਹੜਾ ਕੋਰਸ ਤੁਹਾਡੇ ਲਈ ਬੈਸਟ ਰਹੇਗਾ, ਕਿਹੜੀ ਲੋਕੇਸ਼ਨ, ਕਿਹੜਾ ਕਾਲਜ। ਸੋ ਇਹ ਸਾਰੀਆਂ ਚੀਜ਼ਾਂ ਜਾਣਨਾ ਬਹੁਤ ਜ਼ਰੂਰੀ ਹੈਗਾ। ਦੂਜੀ ਗੱਲ, ਜਿਵੇਂ ਸਰ ਨੇ ਕਲੀਅਰ ਕਰ ਹੀ ਦਿੱਤਾ ਆਲਰੇਡੀ, ਜਿਹੜੇ ਬੱਚੇ ਰਿਫਿਊਜ਼ ਹੋ ਗਏ ਸੀਗੇ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਅੱਛਾ ਸਰ, ਜਿਹੜੇ ਰਿਫਿਊਜ਼ ਹੋ ਗਏ ਆਲਰੇਡੀ ਹੈ ਨਾ, ਕਈ ਵਾਰੀ ਬਹੁਤ ਸਾਰੀ ਉਹਨਾਂ ਨੂੰ ਇਹ ਵੀ ਸੁਜੈਸਟ ਕੀਤਾ ਜਾਂਦਾ ਕਿ ਲਾਈਕ ਕੈਨੇਡਾ ਹੁਣ ਦੁਬਾਰਾ ਰੀਅਪਲਾਈ ਨਾ ਕਰੋ, ਤੁਸੀਂ ਕੰਟਰੀ ਚੇਂਜ ਕਰ ਲਓ, ਕੈਨੇਡਾ ਨਹੀਂ ਹੁਣ ਤੁਹਾਨੂੰ ਵੀਜ਼ਾ ਨਹੀਂ ਦੇਣਾ। ਸੋ ਇੱਦਾਂ ਦੀ ਵੀ ਕੋਈ ਗੱਲ ਹੁੰਦੀ ਹੈ ਕਿ ਬੱਚਾ ਕੈਨੇਡਾ 'ਚ ਹੀ ਦੁਬਾਰਾ ਅਪਲਾਈ ਕਰ ਸਕਦਾ ਹੈ ਆਪਣੇ ਕੋ ਜੋ ਵੀ ਕਮੀ ਰਹਿ ਗਈ ਹੈ ਉਸਨੂੰ ਪੂਰਾ ਕਰਕੇ? ਬਿਲਕੁਲ ਰਮਨ ਜੀ, ਦੇਖੋ ਇੱਕ ਗੱਲ ਹੈਗੀ ਹੈ ਕਿ ਅਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਬੜੀ ਥੋੜ੍ਹੀ ਜਿਹੀ ਫੀਸ
ਸਾਡੀ ਜਿਹੜੇ ਆਫਿਸ ਦੇ ਬਿਲਕੁਲ। ਖਰਚੇ ਜਿਹੜੇ ਐਕਚੁਅਲ ਜਿਹੜੀ ਸਾਡੀ ਇਨਕਮ ਹੈ ਉਹ ਸਾਨੂੰ ਕਾਲਜ ਯੂਨੀਵਰਸਿਟੀਜ਼ ਨੇ ਵੀਜ਼ਾ ਜੀ। ਲੱਗਣ ਤੋਂ ਬਾਅਦ ਦੇਣੀ, ਜਦੋਂ ਸਟੂਡੈਂਟਸ ਉੱਥੇ ਜਾ ਕੇ ਪੜ੍ਹਨਗੇ। ਅੱਛਾ ਸੋ ਸਾਡਾ ਤੇ ਮਿਊਚੁਅਲ ਜਿਹੜਾ ਹੈਗਾ ਇੰਟਰਸਟ ਹੋ ਗਿਆ ਕਿ ਸਾਡਾ ਵੀ ਵੀਜ਼ਾ ਲੱਗਣ ਤੋਂ ਬਾਅਦ ਫਾਇਦਾ ਹੋਣਾ, ਸਟੂਡੈਂਟਸ ਨੂੰ ਤਾਂ ਅੰਡਰਸਟੂਡ ਹੈਗਾ ਕਿ ਵੀਜ਼ਾ ਲੱਗਣ ਦੇ ਨਾਲ ਹੀ ਉਹਨਾਂ ਨੂੰ ਫਾਇਦਾ ਹੈਗਾ ਤੇ ਸਾਨੂੰ ਵੀ ਉਸੇ ਚੀਜ਼ ਦਾ ਫਾਇਦਾ ਹੈਗਾ। ਸੋ ਮਿਊਚੁਅਲ ਇੰਟਰਸਟ ਤੇ ਉਹਨਾਂ ਨੂੰ ਅਸੀਂ ਉਹੀ ਕੇਸ ਲਵਾਂਗੇ ਜਿਹੜੇ ਵੀਜ਼ਾ ਲੱਗਣ ਦੀ ਸੰਭਾਵਨਾ ਹੋਏਗੀ। ਚੰਗੀ ਗੱਲ ਇਹ ਕਿ ਕੈਨੇਡਾ ਦੇ ਵਿੱਚ ਰਿਫਿਊਜ਼ਲ ਦਾ ਕੋਈ ਮੈਟਰ ਨਹੀਂ, ਆਫ ਕੋਰਸ ਕਿ ਤੁਹਾਡਾ ਪ੍ਰੋਫਾਈਲ ਕੀ ਹੈ ਦੇਖਣਾ ਪਏਗਾ। ਅਗਰ 52% ਨੰਬਰ ਨੇ, ਮਾਰਕਸ ਸਾਰਿਆਂ 'ਚ ਬਿਲਕੁਲ ਹੀ ਜ਼ੀਰੋ ਫੇਲ ਵਾਲੇ ਮਾਰਕਸ ਨੇ, ਬਹੁਤ ਹੀ ਘੱਟ ਮਾਰਕਸ ਨੇ, ਜਾਂ ਜੇ ਮੰਨ ਲਓ ਕਿ ਅੱਜ ਦੇ ਦਿਨ 5.5 ਬੈਂਡ ਨਾਲ ਵੀਜ਼ਾ ਨਹੀਂ ਲੱਗਦਾ ਪਿਆ ਹੈਗਾ ਐਮਬੈਸੀ ਦੇ ਵਿੱਚ ਨੌਨ SDS ਕੈਟੇਗਰੀ ਦੇ ਵਿੱਚ, ਤੇ ਤੁਸੀਂ ਸਾਡੇ ਕੋਲ ਆਓਗੇ ਜੇ ਰਿਫਿਊਜ਼ ਹੋ ਗਿਆ 5.5 ਬੈਂਡ ਨੇ, ਤੇ ਅਸੀਂ ਵੀ ਮੋੜ ਦਾਂਗੇ ਕਿ ਤੁਹਾਡਾ ਕੈਨੇਡਾ ਵਾਸਤੇ ਨਹੀਂ ਲੱਗਣਾ। ਬਟ ਜੈਨੂਅਨ ਜਿਹੜੇ ਕੇਸਿਸ ਨੇ SDS ਪ੍ਰੋਫਾਈਲ ਹੈਗੀ ਹੈ ਔਰ ਮਾਰਕਸ ਠੀਕ ਨੇ, ਤੇ ਭਾਵੇਂ 5 ਵਾਰ ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਹੋਵੇ ਕੋਈ ਪ੍ਰੋਬਲਮ ਨਹੀਂ, ਔਰ ਅਸੀਂ ਦੁਬਾਰਾ ਲਗਾ ਲੈਂਦੇ ਹਾਂ। ਜੇ ਕੋਰਸ ਗਲਤ ਚੁਣਿਆ ਗਿਆ ਅਸੀਂ ਰਿਫੰਡ ਤੁਹਾਨੂੰ ਐਡਵਾਈਜ਼ ਕਰਾਂਗੇ, ਕਾਲਜ ਤੋਂ ਪੈਸੇ ਵਾਪਸ ਮੰਗਵਾ ਲਓ, ਦੂਜੇ ਕਾਲਜ 'ਚ ਅਪਲਾਈ ਕਰਕੇ ਨਵੇਂ ਸਿਰੋਂ ਆਫਰ ਲੈਟਰ ਲਵਾਂਗੇ, ਅਪਲਾਈ ਕਰਾਂਗੇ ਔਰ ਵੀਜ਼ਾ ਲਵਾਂਗੇ। ਕੋਈ ਗਲਤੀ ਹੋਰ ਹੈ, ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਕਿ ਗ੍ਰੈਜੂਏਟ ਬੱਚੇ ਨੂੰ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਦਿੱਤਾ ਔਰ ਪੋਸਟ ਗ੍ਰੈਜੂਏਟ ਨਹੀਂ ਦਿੱਤਾ, ਤੇ ਬਹੁਤ ਵੱਡੀ ਗਲਤੀ ਹੈਗੀ ਹੈ। ਅਸੀਂ ਉਸੇ ਤਰ੍ਹਾਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਐਡਮਿਸ਼ਨ ਕਰਾ ਕੇ ਫਾਈਲਿੰਗ ਦੇ ਵਿੱਚ ਪ੍ਰੋਬਲਮ ਹੈਗੀ ਹੈ, ਤੇ ਤੁਹਾਨੂੰ ਤੁਹਾਡੀ ਫਾਈਲ ਟਰਾਂਸਪੇਰੈਂਸੀ ਪਰਪਸ ਦੇ ਨਾਲ ਜਿੱਥੋਂ ਕਿਤੋਂ ਪਹਿਲਾਂ ਫਾਈਲ ਲਗਾਈ ਹੈਗੀ ਹੈ ਉੱਥੋਂ ਤੁਹਾਡੀ ਫਾਈਲ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈਗੀ ਹੈ। ਜਿਹੜੇ ਸਾਡੇ ਕੋਲ ਲਾਉਂਦੇ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਇੱਕ ਫਾਈਲ ਦੀ ਕਾਪੀ ਦਿੰਦੇ ਹੈਗੇ। ਸੋ ਉਹ ਜਿਹੜਾ ਹੈਗਾ ਉਸ ਦੇ ਵਿੱਚ ਕੀ ਕਮੀਆਂ ਰਹਿ ਗਈਆਂ, ਨਜਾਇਜ਼ ਡਾਕੂਮੈਂਟ, ਗਲਤ ਡਾਕੂਮੈਂਟ, ਜ਼ਿਆਦਾ ਡਾਕੂਮੈਂਟ ਲਾਣੇ ਵੀ ਨੁਕਸਾਨਦਾਇਕ ਨੇ, ਉਹਦੇ ਨਾਲ ਵੀ ਰਿਫਿਊਜ਼ਲ ਦੇ ਚਾਂਸ ਹੋ ਜਾਂਦੇ ਨੇ। ਜੇ ਕੋਈ ਜ਼ਰੂਰੀ ਡਾਕੂਮੈਂਟ ਹੈਗਾ ਉਹ ਵੀ ਨਹੀਂ, ਕਿਉਂਕਿ ਇਸ ਵਕਤ ਜਿਹੜਾ ਇੰਨੀਆਂ ਜ਼ਿਆਦਾ ਫਾਈਲਾਂ ਐਮਬੈਸੀ ਦੇ ਵਿੱਚ ਹੈਗੀਆਂ ਨੇ, ਉਹਨਾਂ ਨੇ ਸੈੱਟ ਪ੍ਰੋਸੀਜਰ ਬਣਾਇਆ ਹੋਇਆ ਵੀ ਆਹ ਡਾਕੂਮੈਂਟ ਦੇਣੇ, SDS ਕੈਟੇਗਰੀ 'ਚ ਫਾਲਤੂ ਡਾਕੂਮੈਂਟ ਨਹੀਂ ਦੇਣੇ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਮੇਰੇ ਕੋਲ ਗੁੜਗਾਉਂ ਤੋਂ ਬੰਦੇ ਆਏ, ਹੋਰ ਕਈ ਆਉਂਦੇ ਨੇ ਇਸ ਤਰ੍ਹਾਂ, ਸਾਰੇ ਪ੍ਰੋਪਰਟੀ ਦੇ ਡਾਕੂਮੈਂਟ ਲਾਤੇ, ਇੱਕ ਪ੍ਰੋਪਰਟੀ ਦੇ 8-8 10-10 ਪੇਜ ਹੁੰਦੇ ਨੇ। ਉਹਦਾ ਮਤਲਬ ਹੀ ਨਹੀਂ ਹੈਗਾ ਪ੍ਰੋਪਰਟੀ ਦੇ ਡਾਕੂਮੈਂਟ, ਉਸ ਦੀ ਅਸੈਸਮੈਂਟ ਦੇ ਡਾਕੂਮੈਂਟ, ਸੀਏ ਰਿਪੋਰਟ, ਬੈਂਕ ਦੇ 8-8 10-10 ਕਾਗਜ਼, ਸਾਰੇ ਬੈਂਕ ਦੇ ਫੰਡਸ ਔਰ ਇਨਕਮ ਦੇ ਬੜੇ ਸਾਰੇ ਪ੍ਰੂਫ। ਇਹਨਾਂ ਦਾ ਹੁਣ ਜਦੋਂ ਨਹੀਂ ਜ਼ਰੂਰਤ, ਜਦੋਂ ਐਮਬੈਸੀ ਨੇ ਕਿਹਾ ਕਿ ਨਹੀਂ, ਫਟਾਫਟ ਅਸੀਂ ਇੱਕ ਵੀਜ਼ਾ ਆਫਿਸਰ ਨੂੰ ਇੱਕ ਫਾਈਲ ਚੈੱਕ ਕਰਨ ਵਾਸਤੇ 5 ਤੋਂ 7 ਮਿੰਟ ਮਿਲਦੇ ਨੇ। ਸੋ ਉਹ ਜਿਹੜੀ ਸੈੱਟ ਪ੍ਰੋਸੀਜਰ ਬਣਾਇਆ, ਚੈੱਕ ਲਿਸਟ ਬਣਾਈ ਆ, ਆਹ ਡਾਕੂਮੈਂਟ ਦੇਣੇ ਨੇ ਔਰ ਉਹ ਡਾਕੂਮੈਂਟ ਜ਼ਰੂਰੀ ਲਗਾਉਣੇ ਨੇ, ਫालतू ਡਾਕੂਮੈਂਟ ਵੀ ਨਹੀਂ ਲਗਾਉਣੇ, ਔਰ ਇਸ ਤਰ੍ਹਾਂ ਦੀ ਗਲਤੀਆਂ ਨੂੰ ਸੁਧਾਰ ਕੇ ਅਸੀਂ ਵੀਜ਼ਾ ਲੈਂਦੇ ਹਾਂ। ਕੋਈ ਡਰਨ ਦੀ ਜ਼ਰੂਰਤ ਨਹੀਂ। ਬਿਲਕੁਲ ਜੀ, ਬਿਲਕੁਲ। ਸੋ ਸਰ ਨੇ ਜਿਵੇਂ ਦੱਸਿਆ ਕਿ 2000 ਮਹਿਜ਼ ਫੀਸ ਹੈਗੀ, ਆਲਮੋਸਟ ਅਸੀਂ ਦੇਖਦੇ ਹਾਂ ਕਿ ਬਾਹਰ ਕਿਸੇ ਏਜੰਟ ਕੋਲ ਜਾਣੇ 50,000 ਲੱਖ 1.5 ਲੱਖ ਤਾਂ ਫੀਸ ਹੀ ਹੁੰਦੀ ਹੈ। ਦੇਖੋ ਇੱਕ ਗੱਲ ਰਮਨ ਜੀ ਜ਼ਰੂਰ ਹੈਗੀ ਹੈ ਕਿ ਜਿਹੜੇ 2000 ਫੀਸ ਹੈਗੀ ਆ ਫਰੈਸ਼ ਕੇਸਿਸ ਜਿਹੜੇ ਸਾਡੇ ਕੋਲ ਸਿੱਧੇ ਆਉਂਦੇ ਨੇ, ਉਹ ਸਾਨੂੰ ਕਿਸੇ ਚੀਜ਼ ਦੀ ਕੰਪਲਿਕੇਸ਼ਨਸ ਨਹੀਂ ਹੈਗੀਆਂ। ਲੇਕਿਨ ਜਿਨ੍ਹਾਂ ਦੇ ਰਿਫਿਊਜ਼ਡ ਕੇਸਿਸ ਨੇ ਉਹਨਾਂ ਦੀ 5 10 15 20 ਹਜ਼ਾਰ ਰੁਪਏ ਤੱਕ ਸਾਡੀ ਫੀਸ ਹੈਗੀ ਹੈ, ਕਿਉਂਕਿ ਉਹਨਾਂ ਦੇ ਰਿਫਿਊਜ਼ਡ ਨੇ। ਰਿਫਿਊਜ਼ਲ ਦੇ ਨਾਲ ਅੱਗੇ ਐਮਬੈਸੀ ਆਫੀਸਰ ਨੂੰ ਅਗੇਨ ਇੰਪੈਕਟ ਜਾਂਦਾ ਹੈਗਾ ਕਿ ਇਹਨੇ ਪਿੱਛੇ ਕੀ ਕੀਤਾ ਸੀ, ਕਿਉਂ ਕਾਰਨ ਸੀ ਰਿਫਿਊਜ਼ਲ ਹੋਈ। ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਸਾਡੀ ਮਿਹਨਤ ਵੱਧ ਜਾਂਦੀ ਹੈਗੀ ਆ, ਔਰ ਬੜੇ ਸਾਨੂੰ ਪਰਸਨਲ ਅਟੈਂਸ਼ਨ, ਕੇਅਰ। ਔਰ ਇੱਕ ਹੋਰ ਜਿਹੜੀ ਪ੍ਰੋਬਲਮ ਹੈਗੀ ਹੈ ਕਿ ਜਿਹਨਾਂ ਦਾ ਰਿਫਿਊਜ਼ ਹੋਇਆ ਹੁੰਦਾ ਹੈ ਉਹ ਇੰਨੇ ਐਪਰੀਹੈਂਸਿਵ ਹੁੰਦੇ ਨੇ, ਚਿੰਤਿਤ ਟੈਨਸ਼ਨ ਵਿੱਚ ਹੁੰਦੇ ਨੇ ਕਿ ਉਹ ਇੱਕ ਗੱਲ ਨੂੰ 5 ਵਾਰ ਪੁੱਛਦੇ ਨੇ ਔਰ ਸਾਰੇ ਸਟਾਫ ਨੂੰ ਪੁੱਛਦੇ ਨੇ, ਇਨਕਲੂਡਿੰਗ ਮੀ। ਤੇ ਉਹ ਇੰਨੇ ਜ਼ਿਆਦਾ ਸਾਡੀ ਮਿਹਨਤ ਕਰਾ ਦਿੰਦੇ ਨੇ, ਟਾਈਮ ਲੈ ਲੈਂਦੇ ਨੇ। ਉਹਦੇ ਵਾਸਤੇ ਸਾਨੂੰ ਕੁਛ ਫੀਸ ਸਾਡੀ 10-20 ਹਜ਼ਾਰ ਹੋ ਸਕਦੀ ਆ। ਉਹਦੀ ਵੀ ਮੈਂ ਸਮਝਦਾ ਕਿ ਜੋ ਕੁਛ ਅਸੀਂ ਫੀਸਾਂ ਨੇ ਅਸੀਂ ਬੋਰਡ ਮੀਟਿੰਗ ਵਿੱਚ ਸੋਚ ਸਮਝ ਕੇ ਧਿਆਨ ਨਾਲ ਰੀਜ਼ਨੇਬਲ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਬੜੀ ਕੇਅਰ ਦੇ ਨਾਲ ਤੁਹਾਡੀ ਉਨੀ ਜਿਹਦੇ ਨਾਲ ਸੇਵਾ ਵਾਲੀ ਉਨੀ ਕੁ ਸੇਵਾ ਹੋਵੇ, ਔਰ ਉਹ ਬੜੇ ਖਿਆਲ ਨਾਲ ਕਰਦੇ ਆ। ਵੈਲਕਮ ਜੀ। ਬਿਲਕੁਲ ਜੀ। ਅੱਛਾ ਸਰ, ਕਈ ਬੱਚੇ ਹੁੰਦੇ ਨੇ ਕਿ ਸੈਲਫ ਅਪਲਾਈ ਕਰ ਲੈਂਦੇ ਨੇ, ਉਹਨਾਂ ਨੂੰ ਹੁੰਦਾ ਸੀ ਡਾਇਰੈਕਟ ਖੁਦ ਹੀ ਅਪਲਾਈ ਕਰ ਦਿੰਦੇ ਆ, ਹੈ ਨਾ, ਕਿਸੇ ਨਾ ਕਿਸੇ ਕਾਲਜ, ਯੂਨੀਵਰਸਿਟੀ, ਇੰਟਰਨੈਟ ਤੋਂ ਦੇਖਿਆ, ਪ੍ਰੋਸੀਜਰ ਦੇਖਿਆ, ਅਪਲਾਈ ਕਰ ਦਿੱਤਾ। ਸੋ ਤੁਹਾਨੂੰ ਲੱਗਦਾ ਹੈ ਕਿ ਸੈਲਫ ਅਪਲਾਈ ਕਰਨਾ ਬੈਨੀਫੀਸ਼ੀਅਲ ਹੋਏਗਾ ਜਾਂ ਫਿਰ ਪ੍ਰੋਬਲਮ? ਕਿਉਂਕਿ ਬਹੁਤ ਸਾਰੇ ਬੱਚੇ ਮੈਨੂੰ ਲੱਗਦਾ ਕਿ ਇੱਦਾਂ ਦੇ ਬੱਚੇ ਹੈਗੇ ਨੇ ਕਿ ਆਪਣਾ ਪ੍ਰੋਫਾਈਲ ਹੀ ਖਰਾਬ ਕਰ ਬੈਠੇ ਨੇ ਇਸ ਚੱਕਰ ਦੇ ਵਿੱਚ। ਬਿਲਕੁਲ ਰਮਨ ਜੀ, ਬਹੁਤ ਚੰਗੀ ਗੱਲ ਤੁਸੀਂ ਚੱਕੀ ਹੈਗੀ ਹੈ। ਔਰ ਡੈਫੀਨੇਟਲੀ ਸਾਡੀ ਜੇ ਵੈਬਸਾਈਟ ਇਸ ਵਾਸਤੇ ਗਾਈਡੈਂਸ ਵਾਸਤੇ ਸਾਡੀ ਵੈਬਸਾਈਟ pioneerimmigration.com, ਇਸ ਦੀ ਵੈਬਸਾਈਟ 'ਤੇ ਮੈਂ ਖਾਸ ਤੌਰ 'ਤੇ ਇੱਕ ਟੈਬ ਬਣਾਈ ਹੈ, ਇੱਕ ਰਾਈਟਿੰਗ ਕੀਤੀ ਹੈਗੀ ਹੈ, ਵਾਈ ਹਾਇਰ ਐਕਸਪਰਟ। ਅੱਛਾ। ਤੇ ਮੇਰੀ ਪਰਸਨਲ ਵੀ ਇਹ ਸਲਾਹ ਹੈਗੀ ਹੈ, ਰੇਡੀਓ ਠੀਕ ਕਰਨ ਵਾਲਾ ਹੈ, ਕੋਈ ਗੱਡੀ ਠੀਕ ਕਰਨ ਵਾਲਾ ਹੈ, ਜਿਹੜਾ ਕੋਈ ਬੰਦਾ ਹੈਗਾ ਉਸਨੇ 10-10 20-20 ਸਾਲ ਦਾ, ਹੁਣ ਪਾਇਨੀਅਰ ਦੀ 2003 ਤੋਂ ਕੰਪਨੀ, CICC ਮੈਂਬਰ, ਔਰ ਇੰਨਾ ਇਮੀਗ੍ਰੇਸ਼ਨ ਲਾਅ ਪੜ੍ਹਿਆ, IRPA ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ, ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ, IRPR ਜਿਹੜੀ ਹੈਗੀ ਹੈ,
ਉਹ ਪੜ੍ਹੀ ਔਰ ਸਾਰੀ ਉਮਰ ਹੋ ਗਈ ਕਿ ਵੀ ਇਹ ਸਾਰਾ ਇਮੀਗ੍ਰੇਸ਼ਨ ਲਾਅ ਨੂੰ ਪੜ੍ਹਦੇ ਜਿਹੜਾ ਹੈਗਾ ਸਵੇਰ ਤੋਂ ਰਾਤ ਤੱਕ ਇਹੀ ਕੰਮ ਹੈ, ਕਲਾਇੰਟਾਂ ਨੂੰ ਮਿਲਣਾ, ਅਲੱਗ-ਅਲੱਗ ਪ੍ਰੋਫਾਈਲ ਦੇਖਣੀ, ਕਿਹੜੀ ਪ੍ਰੋਫਾਈਲ ਨੂੰ ਕਿਹੜਾ ਤਰ੍ਹਾਂ ਦਾ ਕੋਰਸ ਦੇਣਾ ਹੈਗਾ, ਕਿੱਥੇ ਕਿਹੜੇ ਕਾਲਜ ਦੇ ਵਿੱਚ ਕਿਹੜਾ ਕੋਰਸ ਠੀਕ ਹੈ। ਇੱਕ ਛੋਟੀ ਜਿਹੀ ਗੱਲ ਕਰਾਂ ਤੇ ਹੋ ਸਕਦਾ ਲੋਕਾਂ ਨੂੰ ਕਿਸੇ ਨੂੰ ਨਾ ਪਤਾ ਹੋਵੇ ਵੀ 1 ਸਾਲ ਦੀ ਫੀਸ 10 ਲੱਖ, 2 ਸਾਲ ਦੀ ਫੀਸ 20 ਲੱਖ ਤੇ ਸਟੂਡੈਂਟ ਨੇ ਵਿਚਾਰੇ ਨੇ ਸਾਰੇ ਕਾਲਜਾਂ ਦੀ ਟ੍ਰੇਨਿੰਗ, ਸਾਰੇ ਕਾਲਜਾਂ ਦੇ ਕੋਰਸਿਸ ਨੂੰ ਥੋੜ੍ਹੀ ਛਾਣਿਆ ਬਿੰਨਿਆ ਹੋਇਆ। ਉਸ ਨੇ ਕੀ ਕਰਨਾ, ਕਿਸੇ ਕਾਲਜ 'ਚ ਅਪਲਾਈ ਕਰਨਾ, ਆਫਰ ਲੈਟਰ ਲੈ ਲੈਣੀ ਹੈ, 2 ਸਾਲ ਦੀ ਫੀਸ 20 ਲੱਖ। ਔਰ ਜਦੋਂ ਕੋਈ ਸਾਡੇ ਕੋਲ ਆਇਆ ਅਸੀਂ ਉਹਨੂੰ ਦੱਸਣਾ ਵੀ ਤੇਰੀ ਇਹ ਵਾਲੇ ਕੋਰਸ ਕਾਲਜ ਦੇ ਵਿੱਚ ਇਹ ਵਾਲੇ ਕੋਰਸ 'ਚ 20 ਦੀ ਥਾਂ 15 ਲੱਖ ਵੀ ਫੀਸ ਹੋ ਸਕਦੀ ਹੈ। ਸੋ ਉਹਨੂੰ ਤਾਂ 5 ਲੱਖ ਦਾ ਫਾਇਦਾ ਹੋ ਗਿਆ। ਬਿਲਕੁਲ। ਸੋ ਉਹ ਸਾਡਾ ਵੀ ਕੰਮ ਵੀ ਸਾਡਾ ਇਹੀ ਹੈ ਵੀ ਅਸੀਂ ਕੋਈ ਵੀ ਫੀਸ ਅਗਰ 2000 ਲੈਣੀ ਹੈ ਜਾਂ ਰਿਫਿਊਟੀ ਦੀ 10-20 ਹਜ਼ਾਰ ਜੋ ਵੀ ਲੈਣੀ ਹੈ, 5000 ਲੈਣੀ ਹੈ, ਔਰ ਜਦੋਂ ਵੀਜ਼ਾ ਲੱਗੇਗਾ ਕਾਲਜਿਸ ਨੇ ਸਾਡੇ ਆਫਿਸ ਦੇ ਖਰਚੇ ਵੀ ਦੇਣੇ ਹੈਗੇ ਤਾਂ ਇਨਕਮ ਦੀ ਨਹੀਂ ਗੱਲ, ਲੇਕਿਨ ਉਸ ਐਕਸਪਰਟਿਜ਼ ਦੇ ਨਾਲ ਕਲਾਇੰਟਸ ਨੂੰ ਬਹੁਤ ਬੈਨੀਫਿਟ ਹੋਣ ਵਾਲੇ। ਔਰ ਸਾਡੀ ਇੰਟੈਂਸ਼ਨ ਵੀ ਇਹੀ ਕਿ ਅਗਲੇ ਦਾ ਫਾਇਦਾ ਹੋ ਜਾਵੇ ਔਰ ਇੱਕ ਚੀਜ਼ ਦਾ ਫਾਇਦਾ ਕਰੀਦਾ ਅਗਲਾ 4 ਨੂੰ ਹੋਰ ਵੀ ਭੇਜਦਾ ਹੈਗਾ। ਸੋ ਇਹ ਜਿਹੜਾ ਹੈ ਇਹ ਖਾਸ ਤੌਰ 'ਤੇ ਸਟੱਡੀ ਵੀਜ਼ਾ ਦੇ ਵਿੱਚ ਤਾਂ ਸਾਡੀ ਫੀਸਾਂ ਕਲਾਇੰਟ ਨੇ ਨਹੀਂ ਦੇਣੀਆਂ, ਸਾਡੇ ਆਫਿਸ ਦੇ ਖਰਚੇ ਕਾਲਜ ਨੇ ਦੇਣੇ। ਸੋ ਸੈਲਫ ਦਾ ਤਾਂ ਮਤਲਬ ਹੀ ਨਹੀਂ ਹੈ ਕਿਤੇ ਵੀ। ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਥੋੜ੍ਹੀ ਜਿਹੀ ਵੀ ਗਲਤੀ ਹੋਈ ਤਾਂ ਰਿਫਿਊਜ਼ ਹੋਏਗਾ, ਪ੍ਰੋਬਲਮਸ ਹੋਣਗੀਆਂ ਤੇ ਵਾਈ ਟੂ ਸਫਰ। ਲੇਕਿਨ ਆਫ ਕੋਰਸ ਇਹਦੇ ਨਾਲ ਹੀ ਇੱਕ ਹਦਾਇਤ ਵੀ ਹੈਗੀ ਹੈ ਜੀ ਕਿ ਇਹੋ ਜਿਹੇ ਵੀ ਕੰਸਲਟੈਂਟ ਨੇ ਜਿਹੜੇ ਕਿ ਫਿਰ ਉਹੀ ਠੱਗੀ, ਝੂਠ ਫਰੇਬ, ਠੱਗੀ, ਮਿਸਗਾਈਡੈਂਸ, ਜਿਨ੍ਹਾਂ ਨੂੰ ਆਪ ਨੂੰ ਨੌਲੇਜ ਨਹੀਂ ਹੈ ਜਾਂ ਮਿਸਗਾਈਡ ਕਰ ਸਕਦੇ। ਕੰਸਲਟੈਂਟ ਧਿਆਨ ਨਾਲ ਚੁਣਨਾ ਲੇਕਿਨ ਕੰਸਲਟੈਂਟ ਤੋਂ ਹੀ, ਕਿਸੇ ਐਕਸਪਰਟ ਬੰਦੇ ਤੋਂ ਹੀ ਆਪਣਾ ਕੰਮ ਕਰਾਉਣਾ ਹੈ। ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਪ੍ਰੋਫਾਈਲ ਖਰਾਬ ਹੋਣ ਵਾਲੀ ਗਲਤੀ ਹੋਈ, ਰਿਫਿਊਜ਼ ਹੋਇਆ ਤੇ ਬਾਅਦ ਦੇ ਵਿੱਚ ਫਿਰ ਹੋਰ ਔਖਾ ਹੋਏਗਾ ਵੀਜ਼ਾ ਲੈਣਾ। ਚੰਗੇ ਭਲੇ ਕੇਸ ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ। 80 90% ਵਾਲੇ ਜਿਹੜੇ ਕੋਈ ਉਹੀ ਗਲਤ ਮਲਤ ਜਿਹੜੇ ਬਾਕੀ ਸਾਰਿਆਂ 'ਚ ਨੰਬਰ ਬਹੁਤ ਜ਼ਿਆਦਾ ਇੱਕ ਸਬਜੈਕਟ ਅਕਾਊਂਟਿੰਗ 'ਚ ਇੱਕ ਕੇਸ ਮੈਨੂੰ ਯਾਦ ਆ ਦਿੱਲੀ ਤੋਂ ਆਇਆ ਸੀ, ਅਕਾਊਂਟਿੰਗ ਦੇ ਵਿੱਚ ਨੰਬਰ ਘੱਟ, ਅਕਾਊਂਟਿੰਗ ਦਾ ਹੀ ਕੋਰਸ ਲੈ ਲਿਆ ਔਰ ਉਹ ਰਿਫਿਊਜ਼ ਹੋ ਗਿਆ। ਉਹ ਮੈਨੂੰ ਕਹਿੰਦੇ ਜੀ ਇਹਦੇ ਤੇ 85% ਨੰਬਰ ਨੇ, ਕਿਵੇਂ ਰਿਫਿਊਜ਼ ਹੋ ਗਿਆ? ਮੈਂ ਕਿਹਾ ਇਹ ਲਕੂਨਾ ਜਿਹਨੂੰ ਕਹਿੰਦੇ ਨੁਕਤਾ ਜਿਹੜਾ ਹੈਗਾ, ਇਹ ਦੇਖੋ ਆਹ ਪੁਆਇੰਟ ਹੈਗਾ, ਇਹ ਤੁਸੀਂ ਇਹੀ ਗਲਤੀ ਨਹੀਂ ਕਰਨੀ ਚਾਹੀਦੀ ਸੀ ਜਿਹਦੇ ਕਰਕੇ ਰਿਸਕ ਸੀਗਾ ਔਰ ਉਹੀ ਤੁਸੀਂ ਗਲਤੀ ਕਰਤੀ ਤੇ ਉਹਨੇ ਭੜਕਾ ਮਾਰਿਆ ਦਾ ਮਤਲਬ ਇਹ ਕਿ ਰਿਫਿਊਜ਼ਲ ਹੋ ਗਈ। ਹੁਣ ਉਹਦਾ ਜਿਹੜਾ ਰਿਫੰਡ ਲਿਆ, ਦੁਬਾਰਾ ਬਿਜ਼ਨਸ ਦੇ ਸਬਜੈਕਟ ਦੇ ਵਿੱਚ ਉਹਦਾ ਅਪਲਾਈ ਕੀਤਾ, ਬਿਜ਼ਨਸ ਵਿੱਚ ਉਹਦੇ ਵੈਸੇ ਹੀ 85% ਨੰਬਰ ਸੀਗੇ ਤੇ ਉਹਦਾ ਵੀਜ਼ਾ ਲੱਗ ਗਿਆ ਫਟਾਫਟ। ਸੋ ਇਹ ਐਕਸਪਰਟਿਜ਼ ਨੇ, ਜਿਹੜੇ ਬੰਦੇ ਦਾ ਕੰਮ ਹੀ ਇਹੀ ਹੈ, ਐਕਸਪਰਟ ਹੈਗੇ ਨੇ ਜਿਹੜੇ, ਉਹਨਾਂ ਦੀ ਐਕਸਪਰਟਿਜ਼ ਦਾ ਬੈਨੀਫਿਟ ਲੈਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਕਿਉਂਕਿ ਬੱਚਾ, ਜਿਵੇਂ ਸਰ ਨੇ ਕਿਹਾ, ਰੈਲੀਵੈਂਟ ਕੋਰਸ ਪਤਾ ਹੀ ਨਹੀਂ ਹੁੰਦਾ। ਸਾਨੂੰ ਨਹੀਂ ਪਤਾ, ਅਸੀਂ ਕਦੀ ਕੈਨੇਡਾ ਨਹੀਂ ਗਏ, ਸਾਨੂੰ ਕੀ ਪਤਾ ਕਿ ਉੱਥੇ ਕਿਹੜੇ ਕਾਲਜ ਵਧੀਆ ਨੇ, ਕਿਹੜੀ ਲੋਕੇਸ਼ਨ ਵਧੀਆ ਹੈਗੀ, ਕਿਹੜੇ ਕੋਰਸ ਸਾਡੇ ਲਈ ਬੈਨੀਫਿਟ ਹੋਣਗੇ, ਅੱਗੇ ਕੀ ਪ੍ਰੋਸੀਜਰ ਰਹੇਗਾ। ਸੋ ਜੇ ਅਸੀਂ ਕਦੀ ਗਏ ਨਹੀਂ ਤਾਂ ਅਸੀਂ ਕਿੱਦਾਂ ਜਾਣ ਸਕਦੇ ਹਾਂ? ਸੋ ਐਕਸਪਰਟ ਤੁਹਾਡੇ ਲਈ ਬੈਠੇ ਨੇ ਜਿਨ੍ਹਾਂ ਨੇ ਇੰਨੀ ਸਟੱਡੀ ਕੀਤੀ, ਇੰਨੇ ਸਾਲ ਲਗਾ ਦਿੱਤੇ ਨੇ। ਸੋ ਤੁਸੀਂ ਜ਼ਰੂਰ ਉਹਨਾਂ ਦਾ ਬੈਨੀਫਿਟ ਲਓ। ਔਰ ਇੱਕ ਚੀਜ਼ ਹੋਰ ਰਮਨ ਜੀ, ਮੈਂ ਇਸ ਦੇ ਨਾਲ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਗੱਲ ਹੋਰ, ਬਹੁਤ ਵੱਡਾ ਮੈਟਰ ਹੈਗਾ ਇਹ ਕਿ ਆਪਣੇ ਆਪ ਅਪਲਾਈ ਕੀਤਾ ਤੇ ਸਟੂਡੈਂਟ ਨੂੰ ਨਹੀਂ ਪਤਾ ਕਿ DLI ਨੰਬਰ, ਆਪਾਂ ਸੋਚ ਲੈਂਦੇ ਹਾਂ ਕਿ DLI ਨੰਬਰ ਕਿਸੇ ਕਾਲਜ ਦਾ ਹੈਗਾ, ਇਹਦਾ ਮਤਲਬ ਜੀ ਉਹ ਸਾਰਾ ਵਧੀਆ ਹੈਗਾ। DLI ਮੀਨਸ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਹੈਗਾ। ਸੋ ਇਹ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ 10 ਵਿੱਚੋਂ 2 ਹੀ DLI ਨੇ ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਸ਼ੂ ਕਰਨ ਦੀ, ਜਿਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਬੱਚੇ ਉੱਥੇ ਪੜ੍ਹਾਈ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। 10 ਵਿੱਚੋਂ 8 ਇਹੋ ਜਿਹੇ ਨੇ ਜਿਨ੍ਹਾਂ ਨੂੰ ਮਿਲੇਗਾ ਹੀ ਨਹੀਂ। ਸੋ ਇਹੋ ਜਿਹੇ ਜੇ ਬੱਚੇ ਨੇ ਇਹੋ ਜਿਹੇ ਕਾਲਜ 'ਚ ਅਪਲਾਈ ਕਰ ਲਿਆ ਜਾਂ ਕਿਸੇ ਕੰਸਲਟੈਂਟ ਨੇ ਐਡਵਾਈਜ਼ ਕੀਤਾ ਹੈਗਾ ਕਿ ਇਹੋ ਜਿਹੇ ਕਾਲਜ ਜਿੱਥੇ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਤੇ ਉਹ ਤਾਂ ਸੁਸਾਈਡਲ ਦਾ ਮਤਲਬ ਖਤਰਨਾਕ ਚੀਜ਼ ਹੈਗੀ ਹੈ ਕਿ ਫੀਸ ਕਾਲਜ ਨੂੰ ਪਹਿਲਾਂ ਐਡਮਿਸ਼ਨ ਲੈ ਲਈ, ਫਿਰ ਫੀਸ ਪੇ ਕਰਦੀ ਔਰ ਵੀਜ਼ਾ ਲੱਗਣ ਦੇ ਚਾਂਸ ਘੱਟ ਨੇ, ਲੇਕਿਨ ਵੀਜ਼ਾ ਲੱਗ ਵੀ ਜਾਂਦੇ ਨੇ। ਲੱਗ ਗਿਆ, ਲੱਗ ਕੇ ਉੱਥੇ ਪਹੁੰਚਿਆ ਤਾਂ ਬਾਅਦ 'ਚ ਪਤਾ ਲੱਗਦਾ ਇਹੋ ਜਿਹੇ ਬੜੇ ਸਾਰੇ ਕੇਸਿਸ ਸਾਡੇ ਕੋਲ ਇੱਥੇ ਇੰਡੀਆ 'ਚ ਵੀ, ਕੈਨੇਡਾ 'ਚ ਆਫਿਸ ਨੇ, ਬਰੈਂਪਟਨ ਤੇ ਸੈਸਕੈਟੂਨ ਦੇ ਵਿੱਚ, ਉੱਥੇ ਸਾਨੂੰ ਕੰਟੈਕਟ ਕਰਦੇ ਨੇ, ਸਰ ਸਾਨੂੰ ਪਹਿਲਾਂ ਪਤਾ ਨਹੀਂ ਸੀ, ਹੁਣ ਇੱਥੇ ਆ ਕੇ ਪਤਾ ਲੱਗਿਆ ਕਿ ਵਰਕ ਪਰਮਿਟ ਨਹੀਂ ਮਿਲਣਾ, ਹੁਣ ਕੀ ਕਰੀਏ? ਸੋ ਉਹ ਸਾਰਾ ਜਿਹੜਾ ਫੀਸ ਦਾ ਨੁਕਸਾਨ ਹੋਏਗਾ। ਔਰ ਛੋਟੀ ਜਿਹੀ ਗੱਲ ਤੁਹਾਡੀ ਗਾਈਡੈਂਸ ਵਾਸਤੇ, ਗੂਗਲ ਤੇ ਲਿਖਣਾ DLI ਲਿਸਟ ਕੈਨੇਡਾ ਤੇ ਉੱਥੇ ਉਹ ਪੇਜ ਤੇ ਚਲਾ ਜਾਏਗਾ ਜਿੱਥੇ ਇਹ ਸਾਰੀ ਲਿਸਟ ਦਿੱਤੀ ਹੈ, ਕਿਹੜੇ ਕਾਲਜ 'ਚ ਵਰਕ ਪਰਮਿਟ ਮਿਲੇਗਾ, ਕਿਹੜੇ 'ਚ ਨਹੀਂ ਮਿਲੇਗਾ, ਉਸ ਦੇ ਅਕੋਰਡਿੰਗ ਧਿਆਨ ਨਾਲ ਕੰਮ ਕਰਨਾ। ਅਸੀਂ ਤਾਂ ਐਕਸਪਰਟ ਹਾਂ, ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ, ਕਦੇ ਵੀ ਉਹ ਕਾਲਜ ਸੁਜੈਸਟ ਨਹੀਂ ਕਰਦੇ ਜਿੱਥੇ ਵਰਕ ਪਰਮਿਟ ਨਹੀਂ ਮਿਲਦਾ ਜੀ। ਸੋ ਥੈਂਕ ਯੂ ਸੋ ਮਚ ਸਰ। ਵੈਲਕਮ ਜੀ, ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦੇ ਜੀ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।